ਸਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਰੋਨਾ ਕਾਲ ਦੇ ਵਿੱਚ ਬਹੁਤ ਸੇਵਾ ਨਿਭਾਈ ਹੈ। ਹੁਣ ਕਿਹੜੀ ਸੰਸਥਾਵਾਂ ਨਾਲ ਤੁਸੀਂ ਜੁੜੇ ਹੋਏ ਹੋ? ਵਾ ਵੀ ਸਾਡਾ ਜਿਹੜੇ ਟਰਸਟਾਂ ਨਾਲ ਜੁੜਿਆ, ਕੋਈ ਪਰਿਆਵਰਨ ਨਾਲ ਜੁੜਿਆ, ਕੋਈ ਸਪੋਰਟਸ ਨਾਲ ਜੁੜਿਆ ਹੈ, ਐਜੂਕੇਸ਼ਨ ਦਾ ਮੈਂ ਚੀਫ ਖਾਲਸਾ ਦੀਵਾਨ ਨਾਲ ਜੁੜਿਆ। ਇਸ ਤਰ੍ਹਾਂ ਮੈਂ ਕਈ ਅਲੱਗ-ਅਲੱਗ CCPCR ਦਾ ਮੈਂ ਮੈਂਟੋਰ ਵੀ ਆ, ਤੇ ਇਸ ਤਰ੍ਹਾਂ ਕਈ ਅਲੱਗ-ਅਲੱਗ ਸੁਸਾਇਟੀਆਂ ਤੇ ਟਰਸਟਾਂ ਦਾ ਮੈਂ ਟਰਸਟੀ ਮੈਂਬਰ ਵੀ ਆ। ਹੁਣ ਤੁਸੀਂ ਕਿੱਦਾਂ ਦੀ ਸੇਵਾ ਨਿਭਾ ਰਹੇ ਹੋ ਤੁਹਾਡੀ ਸਰ? ਵੀ ਜਿਹੜੀ ਹੁਣ ਵੀ ਸਾਡੀ ਓਂਕਾਰ ਚੈਰੀਟੇਬਲ ਟਰਸਟ ਐਜੂਕੇਸ਼ਨ ਦੇ ਵਿੱਚ ਕੁਝ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਇੱਦਾਂ ਅਲੱਗ-ਅਲੱਗ ਕਈ ਫੀਲਡਾਂ ਦੇ ਵਿੱਚ ਕੰਮ ਕਰਦੀ, ਪਰਿਆਵਰਨ 'ਤੇ ਵੀ ਕੰਮ ਕਰ ਰਹੀ ਹੈ। ਕੁਛ ਨਾ ਕੁਛ ਸਾਡੀ ਓਂਕਾਰ ਚੈਰੀਟੇਬਲ ਫਾਊਂਡੇਸ਼ਨ ਇਸ 'ਤੇ ਲੱਗੀ ਰਹਿੰਦੀ ਹੈ। ਤੁਸੀਂ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਬਿਰਧ ਆਸ਼ਰਮ ਦੇ ਵਿੱਚ ਆਪਣੇ ਮਾਂ-ਬਾਪ ਨੂੰ ਛੋੜ ਦਿੰਦੇ ਨੇ ਤੇ ਤੁਹਾਡੇ ਵਰਗੇ ਰੱਬ ਦੇ ਬੰਦੇ ਉਹਨਾਂ ਦੀ ਸੇਵਾ ਕਰਦੇ ਨੇ? ਤੁਸੀਂ ਰੱਬ ਦੀ ਸੇਵਾ ਕਰਨੀ ਹੈ ਨਾ, ਤਾਂ ਮਾਂ-ਬਾਪ ਦੀ ਸੇਵਾ ਕਰ ਲਓ। ਇਹਦੇ 'ਚ ਹੀ ਰੱਬ ਦੀ ਸੇਵਾ। ਜੇ ਮਾਂ-ਬਾਪ ਖੁਸ਼ ਹੈ ਤਾਂ ਰੱਬ ਵੀ ਖੁਸ਼ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼। ਇਸ ਸਮੇਂ ਖੜੇ ਆਪਾਂ ਚੰਡੀਗੜ੍ਹ ਸੈਕਟਰ 24 ਦੇ ਵਿੱਚ। ਅੱਜ ਗੱਲ ਕਰਨ ਜਾ ਰਹੇ ਹਾਂ ਆਪਾਂ ਉੱਘੇ ਸਮਾਜ ਸੇਵੀ ਰਵਿੰਦਰ ਸਿੰਘ ਬਿੱਲਾ ਜੀ ਦੇ ਨਾਲ, ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਆਮ ਲੋਕਾਂ ਦੀ ਜੋ ਗਰੀਬੀ ਲੈਵਲ ਦੇ ਵਿੱਚ ਜੋ ਕਰੋਨਾ ਕਾਲ ਦੇ ਵਿੱਚ ਰਾਸ਼ਨ ਤੋਂ ਵੀ ਤੰਗ ਸੀ, ਜੋ ਉਹਨਾਂ ਦੇ ਘਰ ਘਰ ਜਾ ਕੇ ਰਾਸ਼ਨ ਪਹੁੰਚਾਇਆ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ, ਲੋਕਾਂ ਦੀ ਸੇਵਾ ਕਰਦੇ ਨੇ ਮਾੜੇ ਸਮੇਂ ਦੇ ਵਿੱਚ। ਉਹਨਾਂ ਨਾਲ ਗੱਲਬਾਤ ਕਰਾਂਗੇ ਰਵਿੰਦਰ ਸਿੰਘ ਬਿੱਲਾ ਜੀ ਦੇ ਨਾਲ। ਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਰੋਨਾ ਕਾਲ ਦੇ ਵਿੱਚ ਬਹੁਤ ਸੇਵਾ ਨਿਭਾਈ ਹੈ। ਹੁਣ ਕਿਹੜੀ ਸੰਸਥਾਵਾਂ ਨਾਲ ਤੁਸੀਂ ਜੁੜੇ ਹੋਏ ਹੋ? ਦੇਖੋ, ਮੈਂ ਚੰਡੀਗੜ੍ਹ ਲੇਬਰ ਸੈੱਲ ਦਾ ਚੇਅਰਮੈਨ ਆ। ਇਸ ਤੋਂ ਇਲਾਵਾ ਵੀ ਮੈਂ ਕਈ ਟਰਸਟਾਂ ਦਾ ਟਰਸਟੀ ਮੈਂਬਰ ਵੀ ਆ। ਤੇ ਸਾਡੀ ਜਿਹੜਾ ਓਂਕਾਰ ਚੈਰੀਟੇਬਲ ਟਰਸਟ ਇਹ ਹਰੇਕ ਤਰ੍ਹਾਂ ਦੇ ਕੰਮ ਕਰ ਰਿਹਾ। ਇਸ ਤੋਂ ਇਲਾਵਾ ਵੀ ਸਾਡਾ ਜਿਹੜੇ ਟਰਸਟਾਂ ਨਾਲ ਜੁੜਿਆ, ਕੋਈ ਪਰਿਆਵਰਨ ਨਾਲ ਜੁੜਿਆ, ਕੋਈ ਸਪੋਰਟਸ ਨਾਲ ਜੁੜਿਆ ਹੈ, ਐਜੂਕੇਸ਼ਨ ਦਾ ਮੈਂ ਚੀਫ ਖਾਲਸਾ ਦੀਵਾਨ ਨਾਲ ਜੁੜਿਆ। ਇਸ ਤਰ੍ਹਾਂ ਮੈਂ ਕਈ ਅਲੱਗ-ਅਲੱਗ CCPCR ਦਾ ਮੈਂ ਮੈਂਟੋਰ ਵੀ ਆ, ਤੇ ਇਸ ਤਰ੍ਹਾਂ ਕਈ ਅਲੱਗ-ਅਲੱਗ ਸੁਸਾਇਟੀਆਂ ਤੇ ਟਰਸਟਾਂ ਦਾ ਮੈਂ ਟਰਸਟੀ ਮੈਂਬਰ ਵੀ ਆ। ਸਰ ਕਰੋਨਾ ਕਾਲ ਦੇ ਵਿੱਚ ਜੇ ਗੱਲ ਕਰੀਏ, ਤੁਸੀਂ ਬੜੀ ਸੇਵਾ ਨਿਭਾਈ ਹੈ। ਜਿਸ ਸਮੇਂ ਦੇ ਵਿੱਚ ਲੋਕੀ ਘਰ ਤੋਂ ਨਿਕਲਣ ਤੋਂ ਵੀ ਤੰਗ ਸੀ, ਯਾਨੀ ਕੋਈ ਲੋਕ ਘਰ ਤੋਂ ਨਿਕਲਣਾ ਵੀ ਨਹੀਂ ਚਾਹੁੰਦੇ ਸੀ, ਰਾਸ਼ਨ ਤੋਂ ਬੜੇ ਤੰਗ ਹੋਏ ਸੀ, ਉਸ ਸਮੇਂ ਤੁਸੀਂ ਲੋਕਾਂ ਦੇ ਘਰ ਘਰ ਜਾ ਕੇ ਰਾਸ਼ਨ ਪਹੁੰਚਾਇਆ। ਹੁਣ ਤੁਸੀਂ ਕਿੱਦਾਂ ਦੀ ਸੇਵਾ ਨਿਭਾ ਰਹੇ ਹੋ ਤੁਹਾਡੀ ਸੰਸਥਾ? ਦੇਖੋ, ਜਦੋਂ ਪਹਿਲਾ ਦੌਰ ਆਇਆ ਸੀ ਤਾਂ ਗੁਰੂ ਸਾਹਿਬ ਨੇ ਇਹ ਜਿਹੜੀ ਸੇਵਾ ਬਖਸ਼ੀ ਸੀ ਕਿ ਸਾਨੂੰ ਗਵਰਨਮੈਂਟ ਐਡਮਿਨਿਸਟ੍ਰੇਸ਼ਨ ਨੇ 4 ਡੈਸਟੀਨੇਸ਼ਨ ਦਿੱਤੇ ਸੀ, ਜਿਹਦੇ ਵਿੱਚ ਅਸੀਂ 4 ਡੈਸਟੀਨੇਸ਼ਨ 'ਤੇ ਸਵੇਰੇ ਸ਼ਾਮ ਦਾ ਲੰਗਰ ਦੇ ਰਹੇ ਸੀ। ਇਸ ਤੋਂ ਇਲਾਵਾ ਦਵਾਈਆਂ, ਚੱਪਲਾਂ, ਕੱਪੜੇ ਜੋ ਵੀ ਸਾਡੇ ਕੋਲੋਂ ਸਰਦਾ ਸੀ ਅਸੀਂ ਉਹਨਾਂ ਨੂੰ ਲਿਆ ਕੇ ਦਿੱਤਾ, ਫਰੂਟਸ। ਤੇ ਇਸ ਤੋਂ ਬਾਅਦ ਫਿਰ ਜਦੋਂ ਇਹ ਦੂਜਾ ਦੌਰ ਆਇਆ, ਦੂਜੇ ਦੌਰ ਦੇ ਵਿੱਚ ਅਸੀਂ ਕੀ ਕੀਤਾ, ਅਸੀਂ ਇਹਨਾਂ ਦੇਖਿਆ ਕਿ ਲੋਕ ਇਹ ਫੈਲੇ ਨਾ। ਅਸੀਂ ਦੂਜੇ ਦੌਰ ਦੇ ਵਿੱਚ ਅਸੀਂ ਲੋਕਾਂ ਦੇ ਘਰੋਂ ਉਹਨਾਂ ਦੀ ਪੋਜ਼ਿਟਿਵ ਰਿਪੋਰਟ ਮੰਗਾ ਕੇ ਉਹਨਾਂ ਦੇ ਘਰ ਫਰੂਟਸ, ਇਮਿਊਨ ਸਿਸਟਮ ਵਧਾਉਣ ਵਾਲੀਆਂ ਦਵਾਈਆਂ, ਦੁੱਧ, ਬ੍ਰੈਡ ਅਸੀਂ ਉਹਨਾਂ ਦੇ ਘਰ ਭੇਜਦੇ ਸੀ। ਇੱਦਾਂ ਮੇਰੇ ਕੋਲ 50 ਕੁ ਫੈਮਲੀਆਂ ਸੀ ਜਿਨ੍ਹਾਂ ਦੇ ਘਰ ਅਸੀਂ ਡੇਲੀ ਫਰੂਟ ਭੇਜਦੇ ਸੀ। ਇਸ ਤੋਂ ਇਲਾਵਾ ਵੀ ਅਸੀਂ 4-5 ਕੋਵਿਡ ਸੈਂਟਰ ਐਸੇ ਹੀ ਜਿਨ੍ਹਾਂ ਨੂੰ ਅਸੀਂ ਡੇਲੀ ਫਰੂਟ ਭੇਜਦੇ ਸੀ। ਤੇ ਇਸ ਤੋਂ ਇਲਾਵਾ ਵੀ ਜਿਹੜੀ ਹੁਣ ਵੀ ਸਾਡੀ ਓਂਕਾਰ ਚੈਰੀਟੇਬਲ ਟਰਸਟ ਐਜੂਕੇਸ਼ਨ ਦੇ ਵਿੱਚ ਕੁਝ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਇੱਦਾਂ ਅਲੱਗ-ਅਲੱਗ ਕਈ ਫੀਲਡਾਂ ਦੇ ਵਿੱਚ ਕੰਮ ਕਰ ਰਹੀ ਹੈ, ਪਰਿਆਵਰਨ 'ਤੇ ਵੀ ਕੰਮ ਕਰ ਰਹੀ ਹੈ। ਕੁਛ ਨਾ ਕੁਛ ਸਾਡੀ ਓਂਕਾਰ ਚੈਰੀਟੇਬਲ ਫਾਊਂਡੇਸ਼ਨ ਇਸ 'ਤੇ ਲੱਗੀ ਰਹਿੰਦੀ ਹੈ। ਸਰ ਜੇ ਗੱਲ ਕਰੀਏ ਬਿਰਧ ਆਸ਼ਰਮ ਦੀ, ਜਿਵੇਂ ਕਿ ਤੁਸੀਂ ਜੋ ਬਿਰਧ ਆਸ਼ਰਮ ਹੈ, ਤੁਸੀਂ ਬਜ਼ੁਰਗਾਂ ਨੂੰ ਵੀ ਉੱਥੇ ਸੰਸਥਾ ਦੇ ਵਿੱਚ ਆਪਣਾ ਕਾਫੀ ਸਹਿਯੋਗ ਦਿੱਤਾ। ਤੁਸੀਂ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਬਿਰਧ ਆਸ਼ਰਮ ਦੇ ਵਿੱਚ ਆਪਣੇ ਮਾਂ-ਬਾਪ ਨੂੰ ਛੋੜ ਦਿੰਦੇ ਨੇ ਤੇ ਤੁਹਾਡੇ ਵਰਗੇ ਰੱਬ ਦੇ ਬੰਦੇ ਉਹਨਾਂ ਦੀ ਸੇਵਾ ਕਰਦੇ ਨੇ? ਦੇਖੋ, ਇੱਦਾਂ ਬੱਚਿਆਂ ਨੂੰ ਮੇਰਾ ਸੰਦੇਸ਼ ਇਹੀ ਹੈ, ਜੇ ਤੁਸੀਂ ਰੱਬ ਦੀ ਸੇਵਾ ਕਰਨੀ ਹੈ ਨਾ, ਤਾਂ ਮਾਂ-ਬਾਪ ਦੀ ਸੇਵਾ ਕਰ ਲਓ। ਇਹਦੇ 'ਚ ਹੀ ਰੱਬ ਦੀ ਸੇਵਾ। ਜੇ ਮਾਂ-ਬਾਪ ਖੁਸ਼ ਹੈ ਤਾਂ ਰੱਬ ਵੀ ਖੁਸ਼ ਹੈ। ਜੇ ਮੈਂ ਗੁਰਦੁਆਰੇ ਜਾਂ ਮੰਦਿਰ ਦੇ ਵਿੱਚ 24 ਘੰਟੇ ਮੈਂ ਝਾੜੂ ਮਾਰੀ ਜਾਂ ਤੇ ਮਾਂ-ਬਾਪ ਨੂੰ ਘਰੇ ਮੈਂ ਪੁੱਛਾਂ ਵੀ ਨਾ, ਰੋਟੀ ਵੀ ਨਾ ਖਿਲਾਵਾਂ, ਤਾਂ ਮੇਰਾ ਖਿਆਲ ਹੈ ਰੱਬ ਨੇ ਤਾਂ ਮੈਨੂੰ ਨਰਕਾਂ 'ਚ ਵੀ ਥਾਂ ਨਹੀਂ ਦੇਣੀ। ਤੇ ਬੈਟਰ ਇਹੀ ਹੈ ਕਿ ਜੇ ਤੁਸੀਂ ਅੱਜ ਮਾਂ-ਬਾਪ ਦੀ ਸੇਵਾ ਕਰ ਲੋਗੇ ਨਾ, ਤਾਂ ਤੁਹਾਨੂੰ ਪਰਮਾਤਮਾ ਨੇ ਬਿਕੁੰਠ ਧਾਮ ਦੇ ਵਿੱਚ ਬੁਲਾਣਾ, ਕਹਿਣਾ ਬਈ ਤੂੰ ਜਿਹਦੇ ਹੱਥੋਂ ਤੂੰ ਜੰਮਿਆ, ਤੂੰ ਉਹਨੂੰ ਆਪਣੀ ਡਿਊਟੀ ਪੂਰੀ ਕਰਕੇ ਆਇਆ। ਮੇਰੇ ਲਈ ਤੂੰ ਸਭ ਤੋਂ ਵੱਡਾ ਜਿਹੜੀ ਕਰਮ ਕਹਿੰਦੇ ਨਾ, ਕਰਮਾਂ ਦੀ ਭੂਮੀ ਹੈ। ਤੂੰ ਜਿਹੜੇ ਕਰਮ ਬੜੇ ਸੁੱਚੇ ਕਰਕੇ ਆਇਆ, ਮਾਂ-ਬਾਪ ਦੀ ਸੇਵਾ ਕਰਕੇ ਆਇਆ,
ਉਹ ਕਈ ਵਾਰੀ ਨਾ ਮੈਂ ਦੇਖਦਾ ਹਿੰਦੂ ਸ਼ਾਸਤਰਾਂ ਦੇ ਵਿੱਚ ਵੀ ਲਿਖਿਆ ਕਿ ਪਿੱਤਰ ਦੋਸ਼ ਵਗੈਰਾ ਨੂੰ ਬੜੇ ਲੋਕੀ ਮੰਨਦੇ ਆ। ਉਹ ਭਾਈ ਮਾਂ-ਬਾਪ ਦੀ ਸੇਵਾ ਕਰ ਲਓ, ਪਿੱਤਰ ਦੋਸ਼ ਤਾਂ ਜ਼ਿੰਦਗੀ 'ਚ ਨਹੀਂ ਕਦੀ ਲੱਗਣਗੇ। ਜੇ ਤੁਹਾਡੇ ਮਾਂ ਜਾਂ ਪਿਤਾ ਦੀ ਅੰਦਰੋਂ ਸੀਸ ਮਿਲ ਗਈ ਤੇ ਤੁਹਾਡੇ ਬਜ਼ੁਰਗਾਂ ਨੇ ਕਦੀ ਤੁਹਾਨੂੰ ਤੰਗ ਕੀ ਕਰਨਾ। ਉਹਨਾਂ ਨੇ ਕਹਿਣਾ ਯਾਰ ਇਹ ਤਾਂ ਸਾਡੇ ਪੂਰੀ ਆਤਮਾ ਨੂੰ ਸਾਡੇ ਠੰਡ ਪਾ ਰਿਹਾ। ਤੇ ਇਹ ਮੈਂ ਇਹੀ ਕਹਿਣਾ ਕਿ ਜੇ ਬਜ਼ੁਰਗਾਂ ਦੇ ਜਿੰਨੇ ਵੀ ਕੋਈ ਅੱਜ ਦੇ ਲੋਕ ਹੈਗੇ ਆ ਜਾਂ ਕੋਈ ਮਾਂ-ਬਾਪ ਉਹਨਾਂ ਦੀ ਸੇਵਾ ਕਰਨ ਔਰ ਉਹਨਾਂ ਤੋਂ ਸੀਸਾਂ ਲੈਣ, ਉਹਨਾਂ ਦੀਆਂ ਸੀਸਾਂ ਨੂੰ ਰੱਬ ਨੂੰ ਪਾਣਾ ਇੱਕੋ ਬਰਾਬਰ ਹੈ। ਸਰ ਜੇ ਗੱਲ ਕਰੀਏ ਫਿਰ ਦੁਬਾਰਾ ਹੋਈ, ਤੁਸੀਂ ਜਿੱਦਾਂ ਰਾਸ਼ਨ ਵੰਡਦੇ ਸੀ, ਗਰੀਬ ਪਰਿਵਾਰਾਂ ਦੇ ਘਰ ਘਰ ਪਹੁੰਚਾਉਂਦੇ ਸੀ, ਜੇ ਅੱਜ ਗੱਲ ਮਹਿੰਗਾਈ ਦੀ ਕਰੀਏ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕਿਉਂਕਿ ਤੇਲ ਤੋਂ ਲੈ ਕੇ ਘਰ ਦੀ ਰਸੋਈ ਤੱਕ, ਪੈਟਰੋਲ ਦੀ ਗੱਲ ਕਰੀਏ, ਹਰ ਇੱਕ ਚੀਜ਼ ਦੀ ਸੂਈ ਵੀ ਮਹਿੰਗੀ ਹੋ ਚੁੱਕੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਪਹਿਲਾਂ ਤੁਸੀਂ ਜੋ ਰਾਸ਼ਨ ਘਰ ਘਰ ਪਹੁੰਚਾਉਂਦੇ ਸੀ, ਅੱਜ ਉਹਨਾਂ ਦੀ ਮਹਿੰਗਾਈ ਕਿੰਨੀ ਵੱਧ ਗਈ? ਤੁਸੀਂ ਮਹਿੰਗਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਮਹਿੰਗਾਈ ਦਾ ਡੇ ਬਾਏ ਡੇ 10% ਤੋਂ ਲੈ ਕੇ 40% ਇਨਕਰੀਜ਼ ਹੋਈ ਹੈ। ਵੀ ਜੇ ਅਗਰ ਇਹੀ ਹਾਲਾਤ ਰਹੇ ਤਾਂ ਸਰਕਾਰ ਨੂੰ ਇਹਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਕਿਉਂਕਿ ਲੋਕ ਗਰੀਬੀ ਰੇਖਾ ਦੇ ਵਿੱਚ ਕਾਫੀ ਥੱਲੇ ਜਾ ਚੁੱਕੇ ਹਨ। ਜੇ ਇਹਨੂੰ ਮਹਿੰਗਾਈ ਨੂੰ ਕੰਟਰੋਲ ਨਾ ਕੀਤਾ ਤਾਂ ਬੇਰੁਜ਼ਗਾਰੀ ਜਿਸ ਤਰੀਕੇ ਨਾਲ ਵੱਧ ਰਹੀ ਹੈ, ਕੱਲ੍ਹ ਨੂੰ ਇਹੀ ਲੋਕ ਲੁੱਟਾਂ ਖੋਹਾਂ 'ਤੇ ਆ ਜਾਣਗੇ। ਕਿਉਂਕਿ ਖਾਣ ਨੂੰ ਕੁਝ ਲੈਣਾ, ਖਾਣਾ ਨਾ, ਇਨਸਾਨ ਨੂੰ ਰੱਬ ਨੇ ਢਿੱਡ ਦਿੱਤਾ ਜੀ, ਢਿੱਡ ਨੇ ਕੁਝ ਨਾ ਕੁਝ ਮੰਗਣਾ। ਉਹ ਮੰਗਣਾ ਜੇ ਕਮਾਈ ਦੇ ਸਾਧਨ ਨਹੀਂ ਹੈ ਤਾਂ ਕੀ ਕਰੂਗਾ? ਉਹ ਕੱਲ੍ਹ ਨੂੰ ਗਲਤ ਪਾਸੇ ਵੀ ਜਾ ਸਕਦਾ ਬੱਚਾ। ਤੇ ਸਰਕਾਰ ਨੂੰ ਇਹੀ ਰਿਕੁਐਸਟ ਹੈ ਮੇਰੀ ਕਿ ਇਸ ਨੂੰ ਬੜਾ ਸੀਰੀਅਸ ਹੋ ਕੇ ਦੇਖੇ ਔਰ ਇਸ ਨੂੰ ਕੰਟਰੋਲ ਕਰੇ, ਤਾਂ ਕਿ ਜਿਹੜੇ ਲੋਕ ਹੈਗੇ ਆ ਕੁਝ ਰੋਜ਼ਗਾਰ ਮਿਲ ਸਕੇ ਲੋਕਾਂ ਨੂੰ, ਕੁਝ ਮਹਿੰਗਾਈ ਨੂੰ ਕੰਟਰੋਲ ਕਰੇ ਤਾਂ ਕਿ ਲੋਕਾਂ ਦਾ ਪੇਟ ਵੀ ਭਰਿਆ ਰਹੇ। ਯਾਨੀ ਇਹ ਤੁਸੀਂ ਗੱਲ ਮੰਨਦੇ ਹੋ ਕਿ ਜੇ ਗੱਲ ਮਹਿੰਗਾਈ ਦੀ ਗੱਲ ਕਰ ਲਈਏ, ਰੋਜ਼ਗਾਰ ਦੀ ਗੱਲ ਕਰੀਏ, ਅਗਰ ਉਹ ਨਹੀਂ ਹੁੰਦਾ ਤਾਂ ਲੁੱਟ ਖੋਹਾਂ ਵੱਧ ਜਾਂਦੀਆਂ, ਚੋਰੀ ਵੱਧ ਜਾਂਦੀ ਹੈ, ਕਤਲੇਆਮ ਹੋ ਜਾਂਦੇ ਨੇ। ਯਾਨੀ ਗੱਲ ਉਹੀ ਕਿ ਅਗਰ ਮਹਿੰਗਾਈ ਵੱਧ ਜਾਂਦੀ ਹੈ ਤਾਂ ਲੋਕੀ ਫਿਰ ਚੋਰੀ 'ਤੇ ਉਤਰ ਆਉਂਦੇ ਨੇ। ਦੇਖੋ ਇੱਦਾਂ, ਜੇ ਤੁਸੀਂ ਖੁਦ ਹੀ ਸੋਚ ਲਓ, ਜੇ ਤੁਸੀਂ ਅੱਜ ਜੌਬ ਦੇ ਵਿੱਚ ਜਿਸ ਤਰ੍ਹਾਂ ਜੌਬ ਦਾ ਸਿਸਟਮ ਹੈਗਾ ਅੱਜ, ਜਿਵੇਂ ਜੋਬਾਂ ਲੋਕਾਂ ਦੀਆਂ ਜਾ ਰਹੀਆਂ ਹਨ, ਕਿਉਂਕਿ ਕੰਪਨੀਆਂ ਕਾਸਟ ਕਟਿੰਗ 'ਤੇ ਆ ਗਈਆਂ। ਜਦੋਂ ਕਾਸਟ ਕਟਿੰਗ 'ਤੇ ਆ ਜਾਂਦੀਆਂ ਤਾਂ ਉਹ ਸੋਚਦੀਆਂ ਕਿ 10 ਵਰਕਰ ਹੈ, ਇਹਨੂੰ ਮੈਂ ਕਿਸੇ ਤਰੀਕੇ ਨਾਲ 3 ਵਰਕਰਾਂ 'ਤੇ ਲਿਆਵਾਂ। 7 ਵਰਕਰ ਨਿਕਾਲ ਤੋਂ 7 ਵਰਕਰ ਕੀ ਕਰੇਗਾ? ਅੱਗੋਂ ਉਹਨੂੰ ਨੌਕਰੀ ਨਹੀਂ ਹੈ। ਅੱਜ MBA ਬੱਚਾ 10,000 ਰੁਪਏ 'ਤੇ ਨੌਕਰੀ ਕਰ ਰਿਹਾ। ਜੇ MBA ਸਾਡਾ ਇਸ ਸਟੇਟਸ 'ਤੇ ਆ ਗਿਆ ਕਿ ਇੱਕ MBA ਬੱਚਾ 10,000 'ਤੇ ਜਾਂ ਤਾਂ ਬਾਹਰ ਭੱਜਣਗੇ, ਜੇ ਬਾਹਰ ਨਹੀਂ ਭੱਜਣਗੇ, ਜੇ ਬਾਹਰ ਉਹਨਾਂ ਨੂੰ ਜਾਣ ਦਾ ਕੋਈ ਸਾਧਨ ਨਹੀਂ ਮਿਲਦਾ ਜਾਂ ਉਹਨਾਂ ਕੋਲ ਇੰਨੇ ਪੈਸੇ ਨਹੀਂ ਹੈ ਬਾਹਰ ਜਾਣ ਨੂੰ, ਉਹ ਕੀ ਕਰਨਗੇ? ਉਹ ਪੁੱਠੇ ਪਾਸੇ ਜਾ ਸਕਦੇ ਹਨ। ਇਸੇ ਕਰਕੇ ਇਸ ਚੀਜ਼ ਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ। ਔਰ ਮੇਰੀ ਸਰਕਾਰ ਅੱਗੇ ਹਮੇਸ਼ਾ ਰਿਕੁਐਸਟ ਹੀ ਰਹੇਗੀ, ਸਾਡੀ ਵੀ ਫਾਊਂਡੇਸ਼ਨ ਦੀ ਵੀ ਇਹੀ ਕੋਸ਼ਿਸ਼ ਹੈ ਕਿ ਜਿਹੜੇ ਬੱਚੇ ਸੰਸਕਾਰੀ ਬਣਨ, ਜੋ ਅਸੀਂ ਭਾਵੇਂ ਸਾਡਾ ਦੇਸ਼ ਗਰੀਬ ਹੈ ਪਰ ਸਾਡੀ ਸੱਭਿਅਤਾ ਵੱਲੋਂ, ਸਾਡੇ ਸੰਸਕਾਰਾਂ ਵੱਲੋਂ ਸਾਡਾ ਦੇਸ਼ ਬਹੁਤ ਅਮੀਰ ਹੈ, ਬਹੁਤ ਅਮੀਰ ਹੈ। ਜੋ ਗਿਆਨ, ਜੋ ਗੁਰੂ ਦਾ ਗਿਆਨ ਸਾਡੇ ਦੇਸ਼ ਕੋਲ ਹੈ, ਮੇਰਾ ਖਿਆਲ ਹੈ ਕਿ 150 ਦੇਸ਼ਾਂ 'ਚ ਕਿਸੇ ਕੋਲ ਨਹੀਂ ਹੈ। ਅਗਰ ਅਗਰ ਇਹ ਗਿਆਨ ਅਗਰ ਕੋਈ ਬੱਚਾ ਲੈ ਰਿਹਾ ਤਾਂ ਤੁਸੀਂ ਉਹਨਾਂ ਨੂੰ, ਸਾਡੀ ਵੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਇਹਨਾਂ ਬੱਚਿਆਂ ਨੂੰ ਸੰਸਕਾਰੀ ਬਣਾਉਣ ਦੀ ਕੋਸ਼ਿਸ਼ ਕਰੀਏ, ਪਰ ਬੇਰੁਜ਼ਗਾਰੀ ਅੱਗੇ ਉਹ ਕੀ ਕਰਨਗੇ? ਇਸ ਕਰਕੇ ਸਰਕਾਰ ਨੂੰ ਇਹ ਮੈਟਰ ਜ਼ਰੂਰ ਦੇਖਣਾ ਚਾਹੀਦਾ। ਸਰ ਤੁਹਾਡੇ ਕੋਲ ਗਰੀਬ ਪਰਿਵਾਰ ਆਉਂਦੇ ਨੇ, ਗਰੀਬ ਕੁੜੀਆਂ ਆਉਂਦੀਆਂ ਨੇ, ਜੇ ਵਿਆਹ ਦੀ ਗੱਲ ਕਰੀਏ ਹੋਰ ਵੀ ਆਉਂਦੇ ਨੇ, ਤੁਸੀਂ ਅੱਖਾਂ ਬੰਦ ਕਰਕੇ ਉਹਨਾਂ ਨੂੰ ਦਾਨ ਦੇ ਦਿੰਦੇ ਹੋ। ਤੁਹਾਨੂੰ ਨਹੀਂ ਲੱਗਦਾ ਕਿ ਕਦੇ ਗਲਤ ਇਸਤੇਮਾਲ ਵੀ ਹੋ ਸਕਦਾ? ਦੇਖੋ ਜੀ, ਦਾਨ ਦਾ ਨਾ ਮੈਂ ਦੇਣ ਵਾਲਾ ਹੈਗਾ, ਨਾ ਮੈਂ ਤਾਂ ਆਪ ਮੰਗਤਾ ਹੈਗਾ। ਆਪਾਂ ਸੇਵਾ ਕਹਿ ਸਕਦੇ ਹਾਂ, ਮੈਂ ਤਾਂ ਆਪ ਮੰਗਤਾ, ਮੈਂ ਤਾਂ ਉੱਪਰ ਵਾਲੇ ਦਾ ਮੰਗਤਾ ਹੈਗਾ। ਤੇ ਜੇਬ ਵੀ ਉਹਦੀ ਆ, ਜੇ ਉਹਦੇ ਖੀਸੇ ਦੇ ਵਿੱਚੋਂ ਵੀ ਪੈਸੇ ਅਸੀਂ ਕੱਢ ਕੇ ਉਹ ਬੱਚਿਆਂ ਨੂੰ ਦੇ ਦਈਦਾ, ਉਹਦੇ ਹੀ ਪੈਸੇ, ਉਹਦੇ ਸੇਵਾ ਦਾ, ਉਹਨਾਂ ਦੇ ਹੀ ਬੱਚਿਆਂ 'ਤੇ ਲਾ ਦਈਦਾ। ਪਰ ਮਾਣ ਸਤਿਕਾਰ ਉਹ ਸਾਨੂੰ ਦੇ ਦਿੰਦਾ। ਮੈਂ ਦਾਨ ਦੇਣ ਵਾਲਾ ਨਹੀਂ ਆ, ਮੈਂ ਤਾਂ ਇੱਕ ਆਪ ਤੁਹਾਡਾ ਸੇਵਾਦਾਰ ਹਾਂ। ਔਰ ਮੈਨੂੰ ਬਾਕੀ ਰਹੀ ਗੱਲ ਹੈ, ਇਹ ਦੇਣ ਵਾਲਾ ਪਰਮਾਤਮਾ ਉਹੀ ਕਰਾਉਂਦਾ ਹੈ। ਉਹ ਕਿਸੇ ਦੇ ਵੀ ਸਿਰ 'ਤੇ ਹੱਥ ਰੱਖ ਕੇ ਕਰਾ ਸਕਦਾ। ਜੇ ਅੱਜ ਉਹਨੇ ਸਾਡੇ ਸਿਰ 'ਤੇ ਹੱਥ ਰੱਖਿਆ, ਮੈਂ ਉਹਦਾ ਕੋਟਾਨ ਸ਼ੁਕਰ ਕਰਦਾ। ਔਰ ਮੈਂ ਪਰਮਾਤਮਾ ਨੂੰ ਇਹੀ ਕਹਿੰਦਾ ਕਿ ਜਦ ਤੱਕ ਮੇਰੇ ਸਵਾਸ ਹੈਗੇ ਆ, ਪਰਮਾਤਮਾ ਇਸੇ ਤਰ੍ਹਾਂ ਸਿਰ 'ਤੇ ਹੱਥ ਰੱਖੀ ਔਰ ਆਪਣੇ ਬੱਚਿਆਂ ਤੋਂ ਸੇਵਾ ਲੈਂਦਾ ਰਹੇ। ਸਰ ਜੇ ਗੱਲ, ਇੱਕ ਆਖਰੀ ਸਵਾਲ ਲਵਾਂਗੇ, ਜੇ ਗੱਲ ਕਰੀਏ ਕਿ ਅਕਸਰ ਆਪਾਂ ਲੋਕੀ ਜੇਬਾਂ ਭਰੀ ਜਾਂਦੇ ਨੇ,
ਪਰ ਜੇ ਕੋਈ ਮੰਗਤਾ ਆਵੇ ਆਪਾਂ ਉਸ ਨੂੰ ਪੈਸਾ ਨਹੀਂ ਦਿੰਦੇ ਹੈਗੇ। ਤੁਹਾਡੇ ਦਿਲ ਦੇ ਵਿੱਚ ਕਦ ਇੱਦਾਂ ਦਾ ਖਿਆਲ ਆਇਆ ਕਿ ਤੁਹਾਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਿ ਮਨ ਨੂੰ ਸਕੂਨ ਮਿਲੇ? ਉਹ ਕਿਹੜਾ ਸਮਾਂ ਸੀ ਜਿਸ ਸਮੇਂ ਤੁਹਾਨੂੰ ਇਹ ਖਿਆਲ ਆਇਆ ਕਿ ਸਾਨੂੰ ਵੀ ਭਲਾ ਕਰਨਾ ਚਾਹੀਦਾ, ਰੱਬ ਦੇ ਨਾਲ ਜੁੜਨਾ ਚਾਹੀਦਾ? ਦੇਖੋ, ਇਹ ਜਿਹੜੀ ਇਹ ਸੰਸਕਾਰ ਮੇਰੇ ਮਾਤਾ ਪਿਤਾ ਤੋਂ ਮਿਲੇ ਆ। ਮੇਰੀ ਮਾਤਾ ਜੀ ਬੜੇ ਭਗਤ ਸੁਭਾਅ ਦੇ ਹੈਗੇ ਆ। ਅੱਜ ਵੀ ਉਹ ਜੇ ਮੈਂ ਉਹਨਾਂ ਨੂੰ ਦੇਖਾਂ, ਮੇਰੇ ਦਾਦਾ ਦਾਦੀ ਨੂੰ ਦੇਖਾਂ, ਤੇ ਮੈਨੂੰ ਇਹ ਚੀਜ਼ਾਂ ਉਹਨਾਂ ਨੂੰ ਵਿਰਾਸਤ 'ਚ ਮਿਲੀਆਂ ਹੈਗੀਆਂ। ਔਰ ਮੇਰਾ ਵੀ ਇਹੀ ਕਹਿੰਦਾ ਸੀ ਵੀ ਦਿਲ ਕਹਿੰਦਾ ਸੀ ਜੇ ਤੁਸੀਂ ਸਮਾਜ ਦੇ ਵਿੱਚ ਆਏ ਤਾਂ ਸਮਾਜ ਲਈ ਕੁਝ ਕਰਕੇ ਜਾਓ। ਇੱਦਾਂ ਆਪਣੀ ਜ਼ਿੰਦਗੀ ਨਾ ਜਿਵੇਂ ਐਵੇਂ ਤਾਂ ਕੁੱਤੇ ਬਿੱਲੇ ਵੀ ਮਰ ਜਾਂਦੇ ਆ, ਇੱਦਾਂ ਤਾਂ ਤੁਸੀਂ ਦੇਖੋ ਜਾਨਵਰ ਵੀ ਆਏ ਤੇ ਪੈਦਾ ਹੋਏ ਤੇ ਮਰ ਗਏ, ਇੱਕੋ ਬਰਾਬਰ ਹੈ। ਜੇ ਤੁਸੀਂ ਸਮਾਜ ਲਈ ਕੁਝ ਨਹੀਂ ਕਰਕੇ ਜਾਂਦੇ ਜਾਂ ਸਮਾਜ ਲਈ ਖੈਰ ਕਰਨ ਵਾਲਾ ਵੀ ਪਰਮਾਤਮਾ ਹੁੰਦਾ, ਕਰਵਾਉਣ ਵਾਲਾ ਵੀ ਪਰਮਾਤਮਾ ਹੁੰਦਾ, ਜਰੀਏ ਬਣਾ। ਪਰ ਤੁਸੀਂ ਪਰਮਾਤਮਾ ਅੱਗੇ ਇਹੀ ਬੇਨਤੀ ਕਰੋ ਕਿ ਮੈਨੂੰ ਆਪਣੇ ਜੋ ਸਮਾਜਿਕ ਭਾਈਚਾਰਾ ਹੈਗਾ ਇਹਦੇ ਵਿੱਚ ਮੈਨੂੰ ਸੇਵਾ ਕਰਨ ਦੀ ਮੌਕਾ ਦਿਓ। ਤੇ ਤੁਸੀਂ ਅਗਰ ਥੋੜ੍ਹੀ ਜਿਹੀ ਵੀ ਸੋਚ ਚੰਗੀ ਕਰੋਗੇ ਤਾਂ ਪਰਮਾਤਮਾ ਤੁਹਾਡੇ ਤੇ ਹੱਥ ਰੱਖ ਕੇ ਤੁਹਾਨੂੰ ਇਹ ਸੇਵਾ ਜ਼ਰੂਰ ਕਰਵਾਏਗਾ। ਸਰ ਲਾਸਟ ਸਵਾਲ ਲਵਾਂਗੇ। ਅੱਜ ਜੋ ਯੂਪੀ ਦੇ ਵਿੱਚ ਹੋਇਆ, ਜੋ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ ਲੰਮੇ ਸਮਾਂ ਤੋਂ, ਕਿਸਾਨਾਂ ਜੋ ਦਿੱਲੀ ਦੇ ਵਿੱਚ ਬੈਠੇ ਨੇ, ਤੁਹਾਨੂੰ ਪਤਾ ਹੈ ਸਭ ਕੁਝ ਉਹਨਾਂ ਦੇ ਨਾਲ ਜੁੜਿਆ ਹੋਇਆ, ਕਿਉਂਕਿ ਕਿਸਾਨ ਜੇ ਗੱਲ ਕਰੀਏ ਮੈਰਿਜਾਂ ਦੀ, ਮੈਰਿਜ ਜਿਸ ਟਾਈਮ ਹੁੰਦੀ ਹੈ ਕਿਸੇ ਬੱਚੇ ਦੀ ਤਾਂ ਉਹਦੇ ਨਾਲ ਬਹੁਤ ਰੋਜ਼ਗਾਰ ਜੁੜੇ ਹੁੰਦੇ ਨੇ। ਤੁਹਾਨੂੰ ਨਹੀਂ ਲੱਗਦਾ ਜੇ ਕਿਸਾਨ ਉੱਥੇ ਬੈਠੇ ਨੇ ਕਿਸੇ ਹੱਦ ਤੱਕ ਰੋਜ਼ਗਾਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ, ਬਹੁਤ ਜ਼ਿਆਦਾ ਨੁਕਸਾਨ ਹੋਇਆ? ਦੇਖੋ, ਇੱਦਾਂ ਜਦੋਂ ਵੀ ਕੋਈ ਬੰਦਾ ਕੰਮਕਾਰ ਛੱਡ ਕੇ ਕਿੱਥੇ ਜਾਂਦਾ ਹੈ ਤਾਂ ਅਫੈਕਟਡ ਤਾਂ ਉਹ ਚੀਜ਼ ਹੁੰਦੀ ਹੈ। ਇਹ ਮੁੱਦਾ ਬਹੁਤ ਕੰਟਰੋਵਰਸੀ ਮੁੱਦਾ ਹੈਗਾ। ਮੇਰੀ ਤਾਂ ਪਹਿਲੇ ਵੀ ਇੰਟਰਵਿਊ ਦੇ ਵਿੱਚ ਇੱਕ ਹੀ ਗੱਲ ਸੀ, ਮੇਰੀ ਸਰਕਾਰ ਨੂੰ ਇਹ ਰਿਕੁਐਸਟ ਸੀ ਕਿ ਇਸ ਮੈਟਰ ਨੂੰ ਬਹੁਤ ਜਲਦੀ ਦੇਖੋ, ਕਿਉਂਕਿ ਤੁਸੀਂ ਇਸ ਸੰਸਾਰ ਦੇ ਵਿੱਚ ਰਾਜਾ ਦੇ ਰੂਪ ਵਿੱਚ ਕੰਮ ਕਰ ਰਹੇ ਹੋ ਤੇ ਰਾਜਾ ਦਾ ਮਕਸਦ ਇਹੀ ਹੁੰਦਾ ਕਿ ਆਪਣੀ ਪ੍ਰਜਾ ਨੂੰ ਸੁਖੀ ਦੇਖੇ। ਜੀ, ਜਿਹੜੀ ਵੀ ਉਹਦੀ ਪ੍ਰਜਾ ਹੈ, ਚਾਹੇ ਉਹ ਧੋਬੀ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਦੁਕਾਨਦਾਰ ਹੈ, ਚਾਹੇ ਉਹ ਫੌਜੀ ਹੈ, ਚਾਹੇ ਕਿਸੇ ਵੀ ਕਮਿਊਨਿਟੀ ਨਾਲ ਉਹ ਹੈ, ਤਾਂ ਪ੍ਰਜਾ ਨਾ ਸਰਕਾਰ ਦੀ। ਜੀ, ਤੇ ਸਰ ਜਿਹੜਾ ਵੀ ਰਾਜਾ ਹੁੰਦਾ ਹੈ, ਰਾਜੇ ਦਾ ਇੱਕੋ ਹੀ ਫਰਜ਼ ਹੁੰਦਾ ਹੈ ਕਿ ਉਹ ਆਪਣੀ ਪ੍ਰਜਾ ਨੂੰ ਕਿਸੇ ਤਰੀਕੇ ਨਾਲ ਦੁਖੀ ਨਾ ਹੁੰਦਾ ਦੇਖੇ। ਉਹਨਾਂ ਦਾ ਦੁੱਖ ਤੇ ਰਾਜੇ ਦਾ ਦੁੱਖ ਇੱਕੋ ਬਰਾਬਰ ਹੋਏ। ਜਿਸ ਦਿਨ ਇਹ ਫੀਲਿੰਗ ਆ ਜਾਂਦੀ ਹੈ ਤਾਂ ਮੇਰਾ ਖਿਆਲ ਹੈ ਰਾਜਾ ਦੀ ਭਾਵਨਾ ਹੀ ਚੇਂਜ ਹੋ ਜਾਂਦੀ ਹੈ। ਇਹ ਤਾਂ ਸਾਡੇ ਸੰਸਕਾਰਾਂ ਦੇ ਵਿੱਚ ਵੀ ਲਿਖਿਆ ਹੋਇਆ। ਤੁਸੀਂ ਸਾਡੇ ਪਿਛਲਾ ਇਤਿਹਾਸ ਵੀ ਦੇਖ ਲਓ, ਕਿੰਨਾਂ ਦੇ ਦਾਨਵੀਰ ਰਾਜਾ ਹੋਏ ਹਨ, ਤੇ ਇਸ ਤਰ੍ਹਾਂ ਦੇ ਰਾਜਿਆਂ ਦਾ ਤੋਂ ਹੀ ਸਾਨੂੰ ਕੁਝ ਸਿੱਖਿਆ ਲੈ ਲੈਣੀ ਚਾਹੀਦੀ ਹੈ। ਔਰ ਸਰਕਾਰ ਨੂੰ ਮੇਰੀ ਇਹ ਬੇਨਤੀ ਹੈ ਕਿ ਇਸ ਮੈਟਰ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਤਾਂ ਕਿ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਜਾ ਕੇ ਦੇਸ਼ ਦੀ ਤਰੱਕੀ ਨੂੰ ਵਧਾਉਣ ਵਾਸਤੇ ਉਹਦੇ ਕੰਨੀ ਜੁਟ ਜਾਣ। ਜਿਹੜੇ ਕਿ ਵਿਹਲੇ ਬੈਠੇ ਹੋਏ ਹਨ, ਜਿਹੜੇ ਅੱਜ ਆਪਣੇ ਮੰਗਾਂ ਲਈ ਬੈਠੇ ਹੋਏ ਹਨ, ਉੱਥੋਂ ਹਟ ਕੇ ਆਪਣੇ ਕੱਲ੍ਹ ਨੂੰ ਵਾਹੀ ਕਰਨਗੇ, ਕੁਝ ਕਰਨਗੇ ਜਾਂ ਕੁਝ ਵੀ। ਇਹ ਮੈਟਰ ਨੂੰ ਦੇਖਣਾ ਸਰਕਾਰ ਦੇ ਹੱਥ ਹੈ ਤੇ ਇਹ ਮੁੱਦਾ ਵੀ ਸਰਕਾਰ ਹੀ ਹੱਲ ਕਰ ਸਕਦੀ ਹੈ। ਤੇ ਮੇਰੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਇਸ ਨੂੰ ਜਲਦੀ ਇਸ ਮੈਟਰ ਨੂੰ ਖਤਮ ਕਰਨ ਔਰ ਹਰੇਕ ਬੰਦੇ ਨੂੰ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੇ ਵਿੱਚ ਰਹਿਣ ਦਾ ਮੌਕਾ ਦੇਣ। ਸੋ ਥੈਂਕ ਯੂ ਜੀ ਸਰ, ਤੁਸੀਂ ਸਾਨੂੰ ਸਮਾਂ ਦਿੱਤਾ। ਥੈਂਕ ਯੂ ਵੈਰੀ ਮਚ ਸਰ। ਸੋ ਇਸ ਜੀ ਆਪਣੇ ਨਾਲ ਰਵਿੰਦਰ ਸਿੰਘ ਬਿੱਲਾ ਜੀ, ਉੱਘੇ ਸਮਾਜ ਸੇਵਕ, ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਲੋਕਾਂ ਦੀ ਬਹੁਤ ਸੇਵਾ ਨਿਭਾਈ ਹੈ ਤੇ ਅੱਜ ਵੀ ਉਹਨਾਂ ਦੀ ਸੰਸਥਾ ਲੋਕਾਂ ਦੇ ਲਈ ਭਲੇ ਕਰਦੀ ਹੈ। ਜੋ ਉਹਨਾਂ ਨਾਲ ਗੱਲਬਾਤ ਕੀਤੀ ਕਿਸਾਨਾਂ ਦੀ, ਜੋ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ, ਸਰਕਾਰਾਂ ਦੇ ਅੱਗੇ ਅਪੀਲ ਕਿ ਉਹਨਾਂ ਦੇ ਕਾਨੂੰਨ ਜਲਦੀ ਰੱਦ ਕਰ ਦੇਣ ਤਾਂ ਕਿ ਕਿਸਾਨ ਆਪਣੇ ਘਰੋਂ ਘਰੀ ਆ ਜਾਣ। ਇਹ ਸੀ ਰਵਿੰਦਰ ਸਿੰਘ ਬਿੱਲਾ ਜੀ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ। ਹੁਣ ਮੈਨੂੰ ਦਿਓ ਇਜਾਜ਼ਤ, ਦੇਖਦੇ ਰਹੋ ਦਿਸ਼ਾ ਅਪਡੇਟ ਨਿਊਜ਼। ਸਤਿ ਸ਼੍ਰੀ ਅਕਾਲ।